ਤੁਹਾਡਾ ਜਦੋਂ ਉੱਥੇ ਕੰਮਕਾਰ ਸੀ, ਤੁਸੀਂ ਜਿਹੜਾ ਖੇਤੀ ਉੱਥੇ ਵਧਿਆ ਰੱਜੇ ਪੁੱਜੇ ਸੀਗੇ ਜਾਂ ਮਤਲਬ ਬਹੁਤ ਵੱਡੇ ਰੱਜਿਆ ਪਿਆ ਸੀ। ਮੈਂ ਪਿੱਛੇ 5 ਸਾਲ ਹੋ ਗਏ ਪਾਕਿਸਤਾਨ ਗਿਆ, ਅੱਜ ਵੀ ਉੱਥੋਂ ਲੋਕੀ ਆਉਂਦੇ ਨੇ ਕਿ ਵੱਡਾ ਘਰ ਇੱਕਦਮ ਛੱਡ ਕੇ ਸਾਰਾ ਰਸਿਆ ਬਸਿਆ ਘਰੇ, ਮਤਲਬ ਪੂਰੇ ਪਰਿਵਾਰ ਇੱਕ ਤਰ੍ਹਾਂ ਦਾ ਮਤਲਬ ਸਾਡੇ ਮਤਲਬ ਜਿੱਥੇ ਅਸੀਂ ਰਹਿ ਰਹੇ ਹੋਈਏ ਇਸ ਤਰ੍ਹਾਂ ਦਾ ਮਾਹੌਲ ਕਰ ਦਿੱਤਾ ਗਿਆ ਕਿ ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ। ਇਹਦਾ ਜ਼ਿੰਮੇਦਾਰ ਤੁਸੀਂ ਕਿਹਨੂੰ ਮੰਨਦੇ ਹੋ? ਆਖਰ ਅਸੀਂ ਉੱਥੇ ਜਦੋਂ ਇਹ ਐਲਾਨ ਹੋਣ ਤੋਂ ਪਹਿਲਾਂ ਹੀ ਜਿਹੜੇ ਆਸੇ-ਪਾਸੇ ਦੇ ਉੱਥੋਂ ਦੇ ਬਸ਼ਿੰਦੇ ਸਨ ਮੁਸਲਮਾਨ ਜਿਹਨਾਂ ਕਰਨਾ ਚਾਹੀਦਾ ਹੈ, ਇਹਨਾਂ ਲੁੱਟ-ਪੁੱਟ ਸਾਡੇ ਸਾਹਮਣੇ ਚਾਲੂ ਕਰਤੀ ਸੀ। ਅੱਛਾ, ਐਲਾਨ ਹੋਣ ਤੋਂ ਪਹਿਲਾਂ ਹੀ? ਐਲਾਨ ਤੋਂ ਪਹਿਲੇ ਸਾਡੇ ਸਾਹਮਣੇ ਕਰਤੀ। ਉਹਨਾਂ ਕਹਾ ਜੀ ਸਾਨੂੰ ਘੇਰ ਲਿਆ, ਸਾਡਾ ਜਿਹੜੀ ਫੌਜ ਦਾ ਜਵਾਨ ਸਨ ਉਹਨਾਂ ਕਹਾ ਥੱਲੇ ਨਾ ਉਤਰਿਆ ਜੇ, ਬਾਕੀ ਅਸੀਂ ਇੱਕ ਲੜਾਈ ਕੋਈ ਲੜ ਲਾਂਗੇ, ਤੁਹਾਨੂੰ ਬਚਾ ਲਾਂਗੇ। ਸਾਨੂੰ ਤਾਂ 2-3 ਘੰਟੇ 4 ਘੰਟੇ 5 ਘੰਟੇ ਉੱਥੇ ਖਲੋਤੇ ਰਹੇ। ਦੁਪਹਿਰ ਲੱਗੀ ਹੈ, ਨਾਲ ਲਾਸ਼ਾਂ ਪਈਆਂ ਨੇ, ਉੱਥੇ ਪਾਣੀ ਚੋਂ ਲੋਕੀ ਪੀ ਰਹੇ ਵਿਚਾਰੇ, ਲਾਸ਼ਾਂ ਦੇ ਵਿੱਚੋਂ ਹੀ। ਲਾਸ਼ਾਂ ਦੇ ਵਿੱਚੋਂ ਹੀ। ਆਜ਼ਾਦੀ ਤੋਂ ਬਾਅਦ ਜਿਵੇਂ ਹੁਣ ਪ੍ਰੋਗਰਾਮ ਕੀਤਾ ਜਾ ਰਿਹਾ ਰੁਦਰਪੁਰ ਦੇ ਵਿੱਚ 14 ਤਰੀਕ ਨੂੰ, ਵੀ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਵੀ ਜਿਹੜੇ 10-12 ਲੱਖ ਲੋਕਾਂ ਦੀ ਜਾਨ ਗਈ, ਤਰਾਸਦੀ ਕੀ ਹੈ, ਆਖਰ ਕਿਉਂ ਨਹੀਂ ਕੀਤਾ? ਹੁਣ ਉਹਨਾਂ ਨੂੰ ਇਹ ਸਰਕਾਰ ਨੇ ਅਗਰ ਇਹ ਪ੍ਰੋਗਰਾਮ ਉਲੀਕਿਆ, ਇਸ ਪ੍ਰੋਗਰਾਮ ਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਵੀ ਵੇਖੋ ਇੱਕ ਐਗਜ਼ਾਮਪਲ ਹੈ ਕਿ ਬਹੁਤ ਵਧੀਆ ਕਿ ਇੰਨਾ ਲੁੱਟੇ ਮਰੀਨ ਤੋਂ ਬਾਅਦ ਵੀ ਵੇਖੋ ਜਿਹੜੀ ਇੱਥੇ ਇਹਨਾਂ ਮਿਹਨਤ ਕੀਤੀ ਔਰ ਮਿਹਨਤ ਕਰਕੇ ਪੰਜਾਬ ਤੋਂ ਲੈ ਕੇ ਇੱਥੋਂ ਤੱਕ ਜਿੰਨਾ ਅਨਾਜ ਪੈਦਾ ਕਰਕੇ ਹਿੰਦੁਸਤਾਨ ਦਿੱਤਾ ਹੈ, ਇੰਨਾ ਅਨਾਜ ਪੂਰੇ ਹਿੰਦੁਸਤਾਨ ਨੇ ਕਦੀ ਨਹੀਂ ਸੀ। ਲੇਕਿਨ ਅਸੀਂ ਹੁਣ ਇੱਥੇ ਰਹਿਣਾ, ਜਾਣਾ ਕੋਲੇ, ਭਾਵੇਂ ਕਿੰਨੇ ਸ਼ੇਰ ਵੀ ਆ ਜਾਣ। ਅੱਛਾ, ਇਸ ਤਰ੍ਹਾਂ ਦੀ ਦ੍ਰਿੜ ਸੰਕਲਪ ਸੀ, ਮਤਲਬ ਆ ਸੋਚ ਕੇ ਲੋਕੀ ਤੇ ਬੈਠੇ ਸਨ। ਤਾਂ ਵੇ ਕਿਉਂਕਿ ਇਹ ਬਜ਼ੁਰਗ ਜਦੋਂ ਸਾਡੇ ਨਾਲ ਗੱਲਾਂ ਕਰਦੇ ਅਸੀਂ ਆਪਣੇ ਵਡੇਰਿਆਂ ਨਾਲ ਬੈਠੇ ਆ, ਉਹ ਸਾਨੂੰ ਜਦੋਂ ਦੱਸਦੇ ਨੇ ਸਾਡੇ ਲੂਹ ਕੰਢੇ ਖੜੇ ਹੁੰਦੇ, ਮੈਂ ਇੰਨੀਆਂ ਕੁਰਬਾਨੀਆਂ ਸਾਡੀ ਸੁਣਨ ਕਰਕੇ ਵੇਖੋ ਲੂਹ ਕੰਢੇ ਖੜੇ ਹੁੰਦੇ ਜਿਨ੍ਹਾਂ ਨੇ ਇਹ ਮੰਜ਼ਰ ਦੇਖੇ, ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਵਾਸਤੇ, ਉਹ ਵੀ ਸਾਡੇ ਵਾਸਤੇ। ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇੰਡੋ ਪਾਕ ਦੇ ਬਟਵਾਰੇ ਦੌਰਾਨ ਜਿਹੜੇ ਸਾਡੇ ਪੰਜਾਬੀ ਬਟਵਾਰੇ ਦਾ ਦੰਸ਼ ਝੇਲ ਕੇ ਤਰਾਈ ਦੇ ਵਿੱਚ ਵਸੇ ਤੇ ਉਹਨਾਂ ਨੇ ਆਪਣੀ ਮਿਹਨਤਾਂ ਦੇ ਨਾਲ ਵਧੀਆ ਮੁਕਾਮ ਹਾਸਲ ਕੀਤੇ, ਕਿੱਦਾਂ ਖਾਲੀ ਹੱਥੀ ਆਉਂਦੇ ਨੇ 2 ਜੋੜੀ ਕੱਪੜਿਆਂ ਦੇ ਨਾਲ, ਉਸ ਤੋਂ ਬਾਅਦ ਬੜੀ ਮਿਹਨਤਾਂ ਕਰਦੇ ਨੇ। ਇੰਡੋ ਪਾਕ ਦੇ ਬਟਵਾਰੇ ਦਾ ਉਹ ਦੰਸ਼ ਜਿੱਦਾਂ ਕਿ ਰਾਤੋਂ ਰਾਤ ਇੱਕ ਐਲਾਨ ਕਰ ਦਿੱਤਾ ਜਾਂਦਾ ਹੈ, ਜਿੱਥੇ ਤੁਸੀਂ ਰਹਿੰਦੇ ਹੋ, ਖੇਡਦੇ ਹੋ, ਵੱਡੇ ਹੁੰਦੇ ਹੋ, ਤੁਹਾਡੇ ਪਰਿਵਾਰਾਂ ਦੇ ਪਰਿਵਾਰ ਉੱਥੇ ਰਹਿੰਦੇ ਨੇ, ਤੁਹਾਡਾ ਬਿਜ਼ਨਸ ਹੈ, ਸਭ ਕੁਝ ਛੱਡ ਕੇ ਤੁਹਾਨੂੰ ਜਾਣਾ ਪੈ ਜਾਏਗਾ। ਵੇਖੋ ਕਿੱਦਾਂ ਇੱਕ ਆਜ਼ਾਦ ਜਗ੍ਹਾ ਤੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਕਿ ਆਪਣੀਆਂ ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ। ਉਸ ਤੋਂ ਬਾਅਦ ਇੱਥੇ ਤੱਕ ਵੀ ਠੀਕ ਸੀ ਕਿ ਬਟਵਾਰਾ ਹੋ ਗਿਆ। ਬਟਵਾਰੇ ਤੋਂ ਬਾਅਦ ਜਿਸ ਤਰ੍ਹਾਂ ਦੇ ਦੰਗਾਈਆਂ ਨੇ ਹਾਲਾਤ ਕੀਤੇ, ਮਾਰਕਾਟ ਕੀਤੀ, ਉਹ ਜਿਹੜਾ ਮੰਜ਼ਰ ਸੀਗਾ, ਉਹ ਜਦੋਂ ਅਸੀਂ ਸੋਚਦੇ ਹਾਂ ਸਾਡੇ ਲੂਹ ਕੰਢੇ ਖੜੇ ਹੁੰਦੇ ਨੇ, ਰੌਂਗਟੇ ਖੜੇ ਹੁੰਦੇ ਨੇ। ਲੇਕਿਨ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਹੰਡਾਇਆ, ਉਹਨਾਂ ਦੇ ਉਸ ਵੇਲੇ ਕੀ ਹਾਲਾਤ ਹੋਣਗੇ? ਸੋ ਸਾਡੀ ਇੱਥੇ ਨਵੀਂ ਜਿਹੜੀ ਪੀੜ੍ਹੀ ਹੈ, ਉਹਨਾਂ ਨੂੰ ਅਜੇ ਨਹੀਂ ਪਤਾ ਤਰਾਈ ਵੀ ਕਿਵੇਂ ਆਬਾਦ ਹੋਈ। ਇਹ ਸਿਰਾ ਜਾਂਦਾ, ਉਹ ਜਿਹੜੇ ਉੱਥੋਂ ਦੀ ਉਜੜ ਕੇ ਇੱਥੇ ਆਉਂਦੇ ਨੇ, ਇਹਨਾਂ ਜੰਗਲਾਂ ਨੂੰ ਆਬਾਦ ਕਰਕੇ ਫਿਰ ਇੱਥੇ ਜਿੱਦਾਂ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਥੇ ਜਾਂਦੇ ਨੇ ਉੱਥੇ ਹੀ ਸਵਰਗ ਬਣਾ ਦਿੰਦੇ ਨੇ। ਇਸ ਤਰਾਈ ਦੀ ਬੈਲਟ ਨੂੰ ਆਬਾਦ ਕਰਨ ਦਾ ਸ਼੍ਰੇ ਵੀ ਜਿਹੜਾ ਹੈ ਉਹਨਾਂ ਸ਼ਰਨਾਰਥੀਆਂ ਨੂੰ ਜਾਂਦਾ ਹੈ, ਉਹਨਾਂ ਰਿਫਿਊਜੀਆਂ ਨੂੰ ਜਾਂਦਾ ਹੈ ਜਿਹੜੇ ਇੱਥੇ ਪਹੁੰਚੇ ਸੀਗੇ। ਸੋ ਸਾਰੀ ਅਸੀਂ ਸੀਰੀਜ਼ ਤੁਹਾਨੂੰ ਵਾਰ-ਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਦਾਂ ਕਿ 14 ਅਗਸਤ ਨੂੰ ਜਿਹੜਾ ਪ੍ਰੋਗਰਾਮ ਆ ਰਿਹਾ ਹੈ, ਸਾਡੇ ਸੂਬੇ ਦੇ ਸੀਐਮ ਸਾਹਿਬ ਰੁਦਰਪੁਰ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਲੋਕਾਂ ਨੂੰ ਸਨਮਾਨਿਤ ਵੀ ਕਰਨਗੇ ਜਿਨ੍ਹਾਂ ਨੇ ਉਹ ਦੰਸ਼ ਝੇਲਿਆ ਹੈ ਤੇ ਜਿਨ੍ਹਾਂ ਨੇ
ਉਹ ਆਪਣੇ ਹੱਥੀਂ ਵੇਖਿਆ ਜਿਹੜੇ ਉਸ ਵੇਲੇ ਪਾਕਿਸਤਾਨ ਹੈਗੇ ਸੀਗੇ। 14 ਤਰੀਕ ਦਾ ਜਿਹੜਾ ਪ੍ਰੋਗਰਾਮ ਬੜੇ ਵੱਡੇ ਪੱਧਰ ਤੇ ਜਿਹਨੂੰ ਨਾਮ ਦਿੱਤਾ ਗਿਆ ਵਿਭਾਜਨ ਕੀ ਵਿਭੀਸ਼ਕਾ, ਯਾਨੀ ਕਿ ਉਸ ਵੇਲੇ ਜਿਹੜਾ ਪਾਰਟੀਸ਼ਨ ਹੋਇਆ ਉਹਦੀ ਜਿਹੜੀ ਟ੍ਰੈਜਡੀ ਹੋਈ, ਜਿਹੜਾ ਦਰਦ ਹੋਇਆ, ਜਿਹੜਾ ਨੁਕਸਾਨ ਹੋਇਆ, ਜਿਨ੍ਹਾਂ ਨੇ ਉਹ ਜਾਨਾਂ ਗਵਾਈਆਂ, ਉਸ ਦੇ ਵਿੱਚ ਉਹਨਾਂ ਨੂੰ ਸਮਰਪਿਤ ਹੈ, ਉਹਨਾਂ ਨੂੰ ਸ਼ਰਧਾਂਜਲੀ ਹੈ ਤੇ ਉਹਨਾਂ ਦੀ ਯਾਦਗਾਰੀ ਇਹ ਪ੍ਰੋਗਰਾਮ ਹੈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ ਵੇਲੇ ਜਿਹੜੇ ਸਾਡੇ ਇੱਥੇ ਦੇ ਬਜ਼ੁਰਗ ਉੱਥੇ ਪਾਕਿਸਤਾਨ ਸੀ ਉਹਨਾਂ ਦੀ ਹੱਡਬੀਤੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸੁੱਖਾ ਸਿੰਘ ਵਿਰਕ ਸਾਹਿਬ ਜੀ, ਜਿਹੜੇ ਛਤਰਪੁਰ ਦੇ ਨਿਵਾਸੀ ਨੇ। ਕਿਸ ਤਰ੍ਹਾਂ ਇੱਥੇ ਆਏ ਤੇ ਆਪਣੀ ਮਿਹਨਤਾਂ ਦੇ ਨਾਲ ਬਹੁਤ ਸਟਰਗਲ ਕੀਤੀ, ਵਧੀਆ ਮਾਨ ਸਨਮਾਨ ਹਾਸਲ ਕੀਤਾ, ਬਹੁਤ ਵੱਡੇ ਅਹੁਦਿਆਂ ਤੇ ਰਹੇ, ਤੇ ਉਹ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰ ਦਿੰਦੇ ਹਾਂ ਵਿਰਕ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਪੁਰਾਣੇ ਅਸੀਂ ਕੁਝ ਜਿਹੜੇ ਯਾਦਗਾਰੀ ਨੇ ਉਹਨਾਂ ਨੂੰ ਅਸੀਂ ਛੇੜਾਂਗੇ ਤੇ ਦਰਸ਼ਕਾਂ ਦੇ ਸਾਹਮਣੇ ਸਾਂਝੀਆਂ ਕਰਾਂਗੇ। ਸਾਨੂੰ ਤੇ ਤੁਹਾਡਾ ਸਵਾਗਤ ਕਰਨਾ ਚਾਹੀਦਾ ਹੈ, ਜਿਹੜੇ ਆ ਕੇ ਪੁਰਾਣੀਆਂ ਗੱਲਾਂ ਪੁੱਛ ਕੇ ਤੇ ਲੋਕਾਂ ਨੂੰ ਸਪਰੈਡ ਕਰ ਰਹੇ ਨੇ, ਫੈਲਾ ਰਹੇ ਨੇ, ਦੱਸ ਰਹੇ ਨੇ ਕਿ ਕੀ ਹਾਲਾਤ। ਨਹੀਂ ਵੇਖੋ, ਇਹ ਵੇਖੋ ਸਾਡੇ ਇੱਥੇ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜ ਭਾਵੇਂ ਕੈਨੇਡਾ ਜਾ ਰਹੀ ਹੈ, ਭਾਵੇਂ ਅਮਰੀਕਾ ਜਾ ਰਹੀ ਹੈ, ਬਿਲਕੁਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸੀਬਤ ਨਹੀਂ ਹੈ, ਲੇਕਿਨ ਜਿਨ੍ਹਾਂ ਨੇ ਉਹ ਮੁਸੀਬਤਾਂ ਝੇਲੀਆਂ, ਘੱਟੋ ਘੱਟ ਉਹਨਾਂ ਨੂੰ ਪਤਾ ਹੋਵੇ ਸਾਡੀ ਨਵੀਂ ਪੀੜ੍ਹੀ ਨੂੰ ਵੀ ਕਿੰਨਾ ਹਾਲਾਤਾਂ ਦੇ ਵਿੱਚ ਤੁਸੀਂ ਇੱਥੇ ਆਏ। ਤੇ ਮੈਂ ਪੁੱਛਣਾ ਚਾਹੂੰਗਾ, ਜਦੋਂ ਇਹ ਇੰਡੋ ਪਾਕ ਦਾ ਬਟਵਾਰਾ ਹੁੰਦਾ ਹੈ, ਤੁਹਾਡੀ ਉਮਰ ਕਿੰਨੀ ਸੀ ਤੇ ਤੁਸੀਂ ਉਸ ਵੇਲੇ ਕਿਹੜੀ ਥਾਂ ਤੇ ਸੀਗੇ? ਮੈਂ ਲਗਭਗ ਉਸ ਵੇਲੇ 8 ਸਾਲ ਦਾ ਸਾਂ। 17 ਦੇ ਵਿੱਚ ਉਹਨਾਂ, ਕਿਉਂਕਿ ਉਸ ਵੇਲੇ ਕੋਈ ਡੇਟ ਆਫ ਬਰਥ ਲਿਖੀ ਨਹੀਂ ਜਾਂਦੀ ਸੀ, ਪਤਾ ਨਹੀਂ, ਲੇਕਿਨ ਮੈਂ ਪਹਿਲੀ ਕਲਾਸ ਪੜ੍ਹਦਾ ਹੁੰਦਾ। ਮੇਰਾ ਪਿੰਡ ਸੀ ਸ਼ੇਰੋਕਾ। ਤੇ ਕਿੰਨੇ ਭਰਾ ਸੀ ਤੁਸੀਂ? ਅਸੀਂ 5 ਭਰਾ ਸੀ। 5 ਭਰਾ ਸੀ। ਹਾਂ, 4 ਅਸੀਂ ਉੱਥੇ ਪੈਦਾ ਨੇ, ਇੱਕ ਇੱਥੇ ਪੈਦਾ ਹੋਇਆ ਸੀ ਆ ਕੇ। ਤੇ ਕਿ ਤੁਹਾਡਾ ਬਿਜ਼ਨਸ ਕੀ ਸੀਗਾ ਉਸ? ਸਾਡੀ ਖੇਤੀ ਸੀ ਸਾਰਾ। ਅੱਛਾ, ਉੱਥੇ ਹੀ ਖੇਤੀ ਕਰਦੇ ਸੀ। ਖੇਤੀ ਕਰਦੇ ਸੀ। ਤੁਹਾਡੇ ਆਸ-ਪਾਸ ਜਿਹੜੇ ਆਪਣੇ ਸਿੱਖ ਪਰਿਵਾਰ ਜ਼ਿਆਦਾ ਸੀ ਜਾਂ ਸਭ ਮਿਲੇ ਜੁਲੇ? ਹਾਂ, ਜ਼ਿਆਦਾਤਰ ਸਿੱਖ ਹੀ ਸਨ ਤੇ ਬਾਕੀ ਵੀ ਪਰਿਵਾਰ ਸਨ, ਮੁਸਲਮਾਨ ਪਰਿਵਾਰ, ਹਿੰਦੂ ਪਰਿਵਾਰ, ਸਾਰੇ। ਬਹੁਤ ਵੱਡਾ ਪਿੰਡ ਸੀ ਸ਼ੇਰੋਕਾ। ਤੇ ਤੁਹਾਨੂੰ ਯਾਦਗਾਰੀ ਹੈ ਜਦੋਂ ਇਹ ਇੱਕਦਮ ਐਲਾਨ ਹੋ ਜਾਂਦਾ ਹੈ ਕਿ ਤੁਹਾਨੂੰ ਸਾਰਾ ਕੁਝ ਛੱਡ ਕੇ ਜਾਣਾ ਪੈਣਾ ਇੱਥੋਂ ਦੀ? ਹਾਂ, ਕੀ ਕਿਸ ਤਰ੍ਹਾਂ ਦਾ ਮਾਹੌਲ ਸੀਗਾ? ਮੈਨੂੰ ਇਹਦਾ ਬੜਾ ਅੱਛੀ ਤਰ੍ਹਾਂ ਪਤਾ ਹੈ ਕਿ ਉਸ ਸਮੇਂ ਜੋ ਐਲਾਨ ਹੁੰਦਾ ਹੈ 14 ਤਰੀਕ ਦੀ 15 ਦੀ ਰਾਤ ਨੂੰ, ਇਸ ਤੋਂ ਪਹਿਲਾਂ ਲੋਕਾਂ ਜਿਹਨਾਂ ਜਿਹੜੇ ਉੱਥੇ ਲੋਕਲ ਮੁਸਲਮਾਨ ਸਨ ਉਹਨਾਂ ਦੇ ਲੀਡਰ ਨੇ ਦੱਸਿਆ ਸੀ ਕਿ ਸਾਡੇ ਪਾਕਿਸਤਾਨ ਸਾਡਾ ਬਣ ਰਿਹਾ ਤੇ ਸਾਡੇ ਲੋਕੀ ਕਹਿੰਦੇ ਹਨ ਇੱਥੋਂ ਲੋਕਾਂ ਨਹੀਂ ਕਿਸੇ ਜਾਣਾ। ਅੱਛਾ, ਜੇ ਕਿਹਾ ਜਾਏ ਜੇ ਉਸ ਇਲਾਕੇ ਸਾਰਾ ਆਪਣਾ ਲਗਭਗ ਪੰਜਾਬੀ ਵਰਗ ਜ਼ਿਆਦਾ ਸੀਗਾ। ਹਾਂ, ਪੰਜਾਬੀ ਵਰਗ ਜ਼ਿਆਦਾ ਹੈ। ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀਆਂ ਦਾ? ਨੁਕਸਾਨ ਜ਼ਿਆਦਾ ਪੰਜਾਬੀਆਂ ਦਾ ਹੋਇਆ ਤੇ ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ। ਤੇ ਲੇਕਿਨ ਜਿਹੜਾ ਰਾਵਲਪਿੰਡੀ ਔਰ ਉਧਰ ਹੋਰ ਵੀ ਜ਼ਿਆਦਾ ਨੁਕਸਾਨ, ਕਿਉਂ ਬੜੇ ਥੋੜੇ ਸਨ। ਅੱਛਾ, ਯਾਨੀ ਕਿ ਇਹ ਕਹਿ ਸਕਦੇ ਜਿੱਥੇ ਟਾਵੇਂ ਸੀ, ਘੱਟ ਸੀ, ਉਹ ਤਾਂ ਬਿਲਕੁਲ ਹੀ ਜ਼ਿਆਦਾ ਨੁਕਸਾਨ। ਉੱਥੇ ਜ਼ਿਆਦਾ ਨੁਕਸਾਨ ਹੋ ਗਿਆ। ਬਾਕੀ ਥਾਂ ਤੇ ਨੁਕਸਾਨ ਤੇ ਹਰ ਜਗ੍ਹਾ ਹੋਇਆ, ਲੇਕਿਨ ਜਾਨੀ ਨੁਕਸਾਨ ਉਧਰ ਜ਼ਿਆਦਾ ਹੋਇਆ ਰਾਵਲਪਿੰਡੀ। ਯਾਨੀ ਕਿ ਜਿਹੜੇ ਕੱਲੇ ਪਿੰਡ ਕੋਈ ਆ ਉੱਥੇ ਜ਼ਿਆਦਾ ਨੁਕਸਾਨ। ਇਹ ਸੁਣੋ, ਜ਼ਿਮੀਂਦਾਰ ਜਾਂ ਦੂਜੇ ਬਿਜ਼ਨਸਮੈਨ ਮੋਟੇ ਪੈਸੇਵਾਨ ਸਨ, ਉਹਨਾਂ ਦੇ ਹੀ ਮੁਜ਼ਾਰਿਆਂ ਨੇ ਉਹਨਾਂ ਨੌਕਰਾਂ ਉਹਨਾਂ ਨੂੰ ਲੁੱਟਿਆ, ਮਾਰਿਆ, ਸਭ ਕੁਝ ਕੀਤਾ। ਅੱਛਾ, ਇੱਕ ਚੀਜ਼ ਹੋਰ, ਤੁਹਾਡਾ ਜਦੋਂ ਉੱਥੇ ਕੰਮਕਾਰ ਸੀ, ਤੁਸੀਂ ਜਿਹੜਾ ਖੇਤੀ ਉੱਥੇ ਵਧਿਆ ਰੱਜੇ ਪੁੱਜੇ ਸੀਗੇ ਜਾਂ ਮਤਲਬ? ਬਹੁਤ ਵੱਡੇ ਰੱਜਿਆ ਪਿਆ ਸੀ। ਮੈਂ ਪਿੱਛੇ 5 ਸਾਲ ਹੋ ਗਏ ਪਾਕਿਸਤਾਨ ਗਿਆ, ਅੱਜ ਵੀ ਉੱਥੋਂ ਦੇ ਲੋਕੀ ਆਉਂਦੇ ਨੇ ਕਿ ਵੱਡਾ ਘਰ। ਅੱਛਾ, ਕਿਉਂਕਿ ਮੈਂ ਚੂੜਕਾਣੇ ਸੱਚਾ ਸੌਦਾ ਸਾਹਿਬ ਗੁਰਦੁਆਰੇ ਮੱਥਾ ਟੇਕਿਆ ਤੇ ਉੱਥੋਂ ਦਾ ਇੱਕ ਬੰਦਾ ਮੈਨੂੰ ਮਿਲ ਗਿਆ। ਅੱਛਾ, ਯਾਨੀ ਕਿ ਤੁਹਾਨੂੰ ਉੱਥੇ ਬਾਅਦ ਨੂੰ ਜਾਣ ਦਾ ਮੌਕਾ ਮਿਲਿਆ? ਜਦੋਂ ਮੈਂ ਪਿੰਡ ਨਹੀਂ ਜਾ ਪਾਇਆ ਕਿਉਂਕਿ ਅਲਾਉ ਨਹੀਂ ਕੀਤਾ ਉਹਨਾਂ, ਲੇਕਿਨ ਉਸ ਪਿੰਡ ਦਾ ਬੰਦਾ ਮੈਨੂੰ ਮਿਲ ਗਿਆ। ਅੱਛਾ, ਜਿਹੜਾ ਮੇਰੇ ਵੱਡੇ ਭਰਾ ਦੀ ਉਮਰ ਦਾ ਸੀ। ਅੱਛਾ, ਜਦੋਂ ਉਹਨੇ ਨਾਂ ਦੱਸਿਆ ਤੇ ਉਹ ਨਾਂ ਮੈਂ ਸੁਣਦੇ ਹਾਂ ਚੇਤਾ ਆ ਗਿਆ। ਤੇ ਮੈਂ ਕਿਹਾ ਉਹ ਸਾਡੇ ਘਰ ਦਾ ਆਂਦਾ ਵੱਡਾ ਘਰ। ਅੱਛਾ, ਮੈਂ ਕਿਹਾ ਵੱਡਾ ਹੀ ਆਖੋ ਵੀ ਅਸੀਂ ਤੇ ਵੱਡਾ ਹੀ ਛੱਡ ਕੇ ਆਇਆ ਸੀ। ਅੱਜ ਵੀ ਉਹਦਾ ਨਾਮ ਵੱਡਾ ਘਰ ਹੈ। ਵੱਡਾ ਘਰ, ਯਾਨੀ ਕਿ ਇਸ ਤਰ੍ਹਾਂ ਦਾ ਰਸੂਖ ਸੀ ਤੁਹਾਡਾ? ਰਸੂਖ ਸੀ ਔਰ ਅੱਛੀ ਖਾਸੀ ਜਾਇਦਾਦਾਂ ਸਨ, ਫਾਰਮ ਸੀ। ਉਦੋਂ ਟਰੈਕਟਰ ਟੂਟ ਤਾਂ ਨਹੀਂ ਹੁੰਦੇ ਦਿਹਾੜੇ ਸਨ, 15-16 ਹਾਲ ਵਗਦੇ ਹੁੰਦੇ ਹਨ। ਤਾਂ ਤੁਸੀਂ ਹਿਸਾਬ ਲਾ ਲਓ ਆਪੇ ਚੰਗਾ। ਕੀ ਲੱਗਦਾ, ਵੇਖੋ ਇੱਕਦਮ ਛੱਡ ਕੇ ਸਾਰਾ ਰਸਿਆ ਬਸਿਆ ਘਰੇ, ਮਤਲਬ ਪੂਰੇ ਪਰਿਵਾਰ ਇੱਕ ਤਰ੍ਹਾਂ ਦਾ, ਮਤਲਬ ਸਾਡੇ ਮਤਲਬ ਜਿੱਥੇ ਅਸੀਂ ਰਹਿ ਰਹੇ ਹੋਈਏ ਇਸ ਤਰ੍ਹਾਂ ਦਾ ਮਾਹੌਲ ਕਰ ਦਿੱਤਾ ਗਿਆ ਕਿ ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ। ਇਹਦਾ ਜ਼ਿੰਮੇਦਾਰ ਤੁਸੀਂ ਕਿਹਨੂੰ ਮੰਨਦੇ ਹੋ? ਆਖਰ ਕੀ ਇਹਦੇ ਵਿੱਚ ਕਹਿਣਾ ਚਾਹੁੰਦੇ? ਬਸ ਦੇਖੋ, ਮੈਂ ਜ਼ਿੰਮੇਦਾਰ ਦੇ ਜੇ ਉਸ ਟਾਈਮ ਦੇ ਪੋਲੀਟੀਸ਼ੀਅਨਸ ਹਨ ਰਾਜਨੀਤਿਕ, ਉਹਨਾਂ ਨੂੰ ਹੀ ਮੰਨਦੇ ਆ। ਪਹਿਲੀ ਗੱਲ ਤਾਂ ਸਾਨੂੰ ਹਿੰਦੁਸਤਾਨ ਪਾਕਿਸਤਾਨ ਪਾਰਟੀਸ਼ਨ ਮੰਨਣਾ ਨਹੀਂ ਚਾਹੀਦਾ। ਜੇ ਮੰਨ ਲਿਆ ਸੀ ਤੇ ਫਿਰ ਉਹਨਾਂ ਲੋਕਾਂ ਦੀ ਜਿਹੜੇ ਉਧਰੋਂ ਇੱਧਰ ਹੋਣੇ ਸਨ ਉਹਨਾਂ ਦੀ ਪ੍ਰੋਟੈਕਸ਼ਨ ਢੰਗ ਨਾਲ ਕਰਨੀ, ਯਾਨੀ ਕਿ ਪਹਿਲਾਂ ਕਰ ਦੇਣਾ ਚਾਹੀਦਾ ਸੀ ਇੱਕਦਮ। ਉਹ ਜਿਹਦੀ ਇਹ ਘੋਸ਼ਣਾ ਅਨਾਉਂਸਮੈਂਟ ਨਹੀਂ ਸੀ ਕਰਨੀ ਚਾਹੀਦੀ, ਨਹੀਂ ਕਰਦੇ, ਪਹਿਲਾਂ ਉਹਨਾਂ ਇੰਤਜ਼ਾਮ ਕਰਦੇ ਫਿਰ ਉਸ ਬਾਅਦ ਕਰਨਾ ਚਾਹੀਦਾ। ਯਾਨੀ ਕਿ ਜਿਹੜੀ ਇਹ ਆਪਾਂ ਇਹ ਕਹਿ ਸਕਦੇ ਹੋ ਕਿ ਕੁਝ ਚੰਦ ਪੋਲੀਟੀਸ਼ੀਅਨ ਦੇ ਨਿੱਜੀ ਉਸ ਸਵਾਰਥ ਦੇ ਕਾਰਨ ਇਹ ਨਹੀਂ ਜਾਣਾ ਗਈਆਂ। ਬਿਲਕੁਲ, ਇਹ ਨਿੱਜੀ ਸਵਾਰਥ ਕਰਕੇ ਹੀ ਇਹਨਾਂ ਨੁਕਸਾਨ ਉਹਦਾ ਹੋਇਆ ਹੈ। ਆਖਰੇ 10 ਦਿਨ ਕਿ 10-12 ਲੱਖ ਲੋਕਾਂ ਦੀ ਜਾਨਾਂ ਗਈਆਂ। ਕਈ ਵੇਖੋ, ਕਈ ਕਹਿੰਦੇ ਵੀ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ, ਜਾਨੀ ਮਾਲੀ ਨੁਕਸਾਨ ਬਹੁਤ। ਮੈਂ ਤੁਹਾਨੂੰ ਦੱਸਾਂ ਕਿ 10 ਲੱਖ ਬੰਦਾ ਹੈ,
ਲੇਕਿਨ ਜਿਹੜਾ ਕੋਈ ਮੈਂ ਰਸਤੇ 'ਚ ਵੇਖਿਆ ਲਾਸ਼ਾਂ ਪਈਆਂ ਸਕਦਾ ਉਸ ਹਿਸਾਬ ਨਾਲ ਮੈਂ ਮਹਿਸੂਸ ਕਰਨਾ ਕਿ 10 ਲੱਖ ਤੋਂ ਉੱਤੇ ਹੀ ਮੰਜ਼ਰ ਯਾਦ ਹੈ ਜੀ? ਮੰਜ਼ਰ ਪੂਰਾ ਯਾਦ ਹੈ ਕਿਉਂਕਿ ਅਸੀਂ ਟਰੱਕਾਂ ਜੋ ਤੋਂ ਚੂੜ ਕਰਨ ਸਾਡਾ ਕੈਂਪ ਲੱਗਾ ਸੀ। ਇੱਕ ਸੈਕਿੰਡ ਰੁਕੋ, ਜਦੋਂ ਅਨਾਉਂਸਮੈਂਟ ਹੁੰਦੀ ਹੈ ਕਿ ਇੰਡੋ ਪਾਕ ਦਾ ਬਟਵਾਰਾ ਹੋ ਗਿਆ ਹੈ, ਘਰ ਵਿੱਚ ਕੀ ਮਾਹੌਲ ਸੀ? ਤੇ ਫਿਰ ਇਹ 14 ਤਰੀਕ ਰਾਤ ਦੀ ਗੱਲ ਕਿ ਫਿਰ ਤੁਸੀਂ ਹਿੰਦੁਸਤਾਨ ਕਦੋਂ ਆ ਜਾਂਦੇ ਹੋ? ਅਸੀਂ ਉੱਥੇ ਜਦੋਂ ਇਹ ਐਲਾਨ ਹੋਣ ਤੋਂ ਪਹਿਲਾਂ ਹੀ ਜਿਹੜੇ ਆਸੇ-ਪਾਸੇ ਦੇ ਉੱਥੋਂ ਦੇ ਬਸ਼ਿੰਦੇ ਸਨ ਮੁਸਲਮਾਨ ਜਿਹਨੂੰ ਕਹਿਣਾ ਚਾਹੀਦਾ ਹੈ, ਇਹਨਾਂ ਲੁੱਟ-ਪੁੱਟ ਸਾਡੇ ਸਾਹਮਣੇ ਚਾਲੂ ਕਰਤੇ ਸੀ। ਅੱਛਾ, ਐਲਾਨ ਹੋਣ ਤੋਂ ਪਹਿਲਾਂ ਹੀ? ਐਲਾਨ ਤੋਂ ਪਹਿਲੇ ਸਾਡੇ ਸਾਹਮਣੇ ਕਰਤੀ। ਠੀਕ ਸਹੀ ਨਾ। ਤੇ ਲੇਕਿਨ ਲੋਕਾਂ ਦੀ ਮਜਬੂਰੀ ਸੀ ਤੇ ਇਸ ਕਰਕੇ ਨਾ ਤਾਂ ਉੱਥੇ ਪੁਲਿਸ ਦੀ ਏਡ ਮਿਲਦੀ ਸੀ ਨਾ ਕੋਈ ਮਿਲਦੇ, ਤੇ ਆਪਣੇ ਆਪ ਜਿਹੜਾ ਥੋੜਾ ਪਤਾ ਹਿੰਮਤ ਕਰ ਬਚਾ ਲਿਆ ਅਦਰਵਾਈਜ਼ ਉੱਥੇ ਪਹਿਲੇ ਲੁੱਟ ਚਾਲੂ ਹੋ ਗਈ। ਮਤਲਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ? ਕੋਈ ਨਹੀਂ ਛੱਡੀ। ਜਦ ਜੇ ਮਤਲਬ ਜਿਹੜੇ ਬਚੇ ਨੂੰ ਆਪਣੇ ਦਮ ਤੇ ਬਚਣ, ਆਪਣੇ ਦਮ ਤੇ ਬਚੇ। ਮੈਂ ਤੁਹਾਨੂੰ ਦੱਸਾਂ ਬਸ ਚੂੜਕਾਣਾ ਜਿੱਥੇ ਸੱਚਾ ਸੌਦਾ ਸਾਡਾ ਗੁਰਦੁਆਰਾ ਸਾਹਿਬ ਹੈ, ਇੱਥੇ ਕੈਂਪ ਲੱਗਾ ਸੀ ਕਿਉਂਕਿ ਸਦੀ ਬਹੁਤ ਪਹਿਲਾਂ ਸਾਡੇ ਕੋਲ ਪੜਦਾਦਾ ਵਗੈਰਾ ਤੋਂ ਦਾਨ ਇਹ ਪਿੰਡ ਉਹਨਾਂ ਵਸਾਇਆ ਸੀ। ਅੱਛਾ, ਚੂੜਕਾਣਾ ਤੇ ਸਾਡੇ ਪੁਰਾਣੇ ਘਰ ਸਨ, ਅਸੀਂ ਤਾਂ ਉਹਦੇ ਘਰ 'ਚ ਆ ਗਏ। ਲਗਭਗ 4 ਵਜੇ ਦਾ ਟਾਈਮ ਸੀ। ਬਹੁਤ ਵੱਡਾ ਕੈਂਪ ਲੱਗਾ, ਸਵੇਰ ਦਾ ਸ਼ਾਮ ਦਾ। ਅੱਛਾ। ਇਸ ਪੱਛਮ ਸਾਈਡ ਤੋਂ ਇਹਨੂੰ ਸਾਂਗਲਾ ਜਗ੍ਹਾ ਪੈਂਦੀ, ਉਦੋਂ ਟ੍ਰੇਨ ਆਉਂਦੀ ਹੈ, ਖਾਲੀ ਟ੍ਰੇਨ। ਤੇ ਲੋਕਾਂ ਨੇ ਇਹ ਸਾਰੇ ਗੱਡੀ ਆ ਗਈ ਭੱਜੋ ਗੱਡੀ ਆ ਗਈ। ਲੋਕਾਂ ਨੇ ਗੰਡਰੀ ਚੁੱਕ ਕੇ ਮਤਲਬ ਜੋ ਸਮਾਨ ਆਪਣੇ ਨਾਲ ਲੈ ਜਾ ਸਕੇ। ਉਹਦੇ ਵਿੱਚ ਪਾਕਿਸਤਾਨੀ ਫੌਜ ਲੰਮੀ ਪਈ ਸੀ। ਅੱਛਾ। ਉਹਨਾਂ ਇੰਨੀ ਗੋਲੀ ਚਲਾਈ ਜਿਸ ਲੋਕ ਮਾਰਚ ਆ ਗਏ ਨੇ। ਅੱਛਾ, ਮਤਲਬ ਪਾਕਿਸਤਾਨੀ ਫੌਜ ਨੇ ਵੀ ਗੋਲੀਆਂ ਚਲਾਈ? ਪਾਕਿਸਤਾਨੀ ਫੌਜ ਨੇ ਬੜੀ ਗੋਲੀ ਚਲਾਈ ਸੀ। ਅੱਛਾ ਅੱਛਾ। ਔਰ ਮੈਂ ਤੁਹਾਨੂੰ ਦੱਸਿਆ ਇੱਕ ਗੋਲੀ ਮੇਰੇ ਕੰਨ ਦੇ ਕੋਲ ਆ ਕੇ ਦੀਵਾਰ 'ਚ ਲੱਗੀ ਆ ਕੇ। ਅੱਛਾ ਅੱਛਾ। ਤੇ ਮੈਂ ਤਾਂ ਇੱਕਦਮ ਬਾਂਹ ਇਹ ਕਰਕੇ ਜਿਵੇਂ ਬੱਚਾ ਰੋਂਦਾ ਨਾ, ਤੇ ਮਾਤਾ ਸਾਡੀ ਉਹ ਵੇ ਛੇਤੀ ਥੱਲੇ ਆਓ ਛੇਤੀ ਥੱਲੇ ਜਾ, ਤੇ ਭੱਜ ਕੇ ਥੱਲੇ ਉਤਰੇ। ਮਤਲਬ ਐਸਾ ਮੰਜ਼ਰ ਪੈਦਾ ਕੀਤਾ, ਐਸਾ ਮੰਜ਼ਰ ਸੀਗਾ। ਔਰ ਜਦੋਂ ਉਹਨਾਂ ਲੋਕਾਂ ਨੇ ਸੰਸਕਾਰ ਕੀਤੇ ਤੇ ਉਹਨਾਂ ਦੀ ਜੋ ਗੱਡੇ ਜਿਨ੍ਹਾਂ ਸਮਾਨ ਸਮੂਨ ਲੈ ਗਏ ਹਨ ਉਹਨਾਂ ਨੇ ਭੰਨ ਤੋੜ ਕੇ ਲੋਕਾਂ ਨੇ ਸੰਸਕਾਰ ਤੱਕ ਕੀਤਾ। ਮਤਲਬ ਐਡੀ ਬੁਰੀ ਹਾਲਤ ਸੀ। ਅੱਛਾ, ਵੇਖੋ ਚਲੋ ਹੁਣ ਤੁਹਾਨੂੰ ਇਹ ਜਿਹੜੀ ਯਾਦਾਂ ਨੇ, ਇਹ ਵੇਖੋ ਤੁਸੀਂ ਹੁਣ ਜਿਵੇਂ ਗੱਲਾਂ ਦੱਸ ਰਹੇ ਹੋ, ਇਹ ਮੇਰੇ ਖਿਆਲ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਕਿ ਕਿੰਨਾ ਹਾਲਾਤਾਂ ਦੇ ਵਿੱਚ ਅਸੀਂ ਉੱਥੇ ਆਏ ਹਾਂ। ਤੇ ਹੁਣ ਜਦੋਂ ਤੁਸੀਂ ਚਲੋ ਉੱਥੋਂ ਫਿਰ ਹਿੰਦੁਸਤਾਨ ਕਦੋਂ ਆ ਜਾਂਦੇ ਹੋ, ਕਿਵੇਂ ਚੱਲਦੇ ਹੋ? ਅਸੀਂ ਉੱਥੋਂ ਜਦੋਂ 15 ਅਗਸਤ ਤੋਂ ਉੱਥੋਂ ਚਾਲੂ ਹੋ ਗਏ ਆ ਗਏ ਤੇ 1-2 ਮਹੀਨੇ ਤੋਂ ਜੇ ਕੈਂਪਾਂ 'ਚ ਲੋਕੀ ਰਹੇ। ਮੈਂ ਤੁਹਾਨੂੰ ਦੱਸਿਆ ਮੇਰਾ ਉੱਥੇ ਪੁਰਾਣਾ ਘਰ ਸੀ ਸਾਡਾ, ਅਸੀਂ ਤਾਂ ਉੱਥੇ ਬੈਠੇ ਫਿਰ ਉੱਥੋਂ ਚੱਲਣਾ ਸੀ। ਮੇਰੇ ਮਾਮਾ ਜੀ ਸੂਬੇਦਾਰ ਸਨ ਫੌਜ 'ਚ, ਇਹ ਹਿੰਦੁਸਤਾਨ ਤੋਂ ਰਾਸ਼ਨ ਲੈ ਕੇ ਜਾਂਦੇ ਸਨ। ਉਹਨਾਂ 2 ਟਰੱਕ ਸਾਨੂੰ ਖਾਲੀ ਦੇ ਦਿੱਤੇ ਔਰ ਉਹਨਾਂ ਟਰੱਕਾਂ ਦੇ 'ਚ ਹੀ ਉੱਥੋਂ ਲੋਕੀ ਭਰ ਇੱਥੇ ਹੁੰਦੇ ਸਨ ਹਿੰਦੁਸਤਾਨ ਨੂੰ। ਤੇ ਯਾਨੀ ਕਿ ਤੁਸੀਂ ਖੁਸ਼ਕਿਸਮਤ ਸੀ ਕਿ ਟਰੱਕਾਂ 'ਚ ਤੁਹਾਨੂੰ ਜਗ੍ਹਾ ਮਿਲ ਗਈ। ਇਸ ਮਾਮਲੇ 'ਤੇ ਅਸੀਂ ਖੁਸ਼ਕਿਸਮਤ ਹਾਂ, ਉਸ ਪਰਵਰਦਗਾਰ ਤੇ ਗੁਰੂ ਮਹਾਰਾਜ ਦੀ ਕਿਰਪਾ ਹੀ ਮੰਨਦੇ ਹਾਂ। ਕਿਉਂਕਿ ਕਹਿੰਦੇ ਕਿ ਜਿਹਦੇ ਪੈਦਲ ਆ ਰਹੇ ਸੀ, ਕੱਲ ਰੁੱਧਪੁਰ ਦੇ ਦੀਵਾਨ ਸਿੰਘ ਗਰੋਵਰ ਸਾਹਿਬ ਜੀ ਨਾਲ ਮੁਖਾਤਬ ਹੋਏ ਸੀ, ਉਹਨਾਂ ਨੇ ਇੰਟਰਵਿਊ ਕੀਤਾ ਸੀ। ਉਹ ਕਹਿੰਦੇ 2 ਦਿਨ ਤੇ 2 ਰਾਤਾਂ ਉਹ ਪੈਦਲ ਚੱਲੇ ਨੇ। ਹਾਂ, ਉਹ ਇਹ ਪੈਦਲ ਲੋਕ ਆਏ ਨੇ ਤੇ ਗੱਡੀਆਂ 'ਤੇ ਬਹਿ ਕੇ ਆਏ ਨੇ। ਗੱਡੀਆਂ 'ਤੇ ਬਹਿ ਕੇ ਇਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉੱਥੋਂ ਦਾ ਹਜੂਮ ਵੀ ਨਾਲ ਪੈਣਾ, ਨਾਲ ਉਹਨਾਂ ਪੁਲਿਸ ਔਰ ਮਿਲਟਰੀ ਹੋਣੀ, ਇਹ ਨਾਲ ਉਹ ਲੁਟਾਉਂਦੇ ਸੀ। ਮੈਂ ਤੁਹਾਨੂੰ ਦੱਸਾਂ, ਯਾਨੀ ਕਿ ਪਾਕਿਸਤਾਨ ਦੀ ਜਿਹੜੀ ਮਿਲਟਰੀ ਸੀ ਉਹ ਆਪ ਲੁਟਾਉਂਦੀ ਸੀ। ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਸਾਡੇ ਟਰੱਕ ਉੱਥੋਂ ਨਿਕਲੇ ਨਾ ਤੇ ਲਾਹੌਰ ਦੇ ਤੇ ਸਾਡੇ ਚੂੜਗੰਨ ਵਿਚਕਾਰ ਸਾਡੇ ਟਰੱਕ ਡੱਕੇ ਗਏ, ਜਿਹੜਾ ਕਾਫਲਾ ਸਾਡਾ ਆ ਰਿਹਾ ਸੀ। ਅੱਛਾ ਅੱਛਾ। ਨਾਲ ਉਹਦੇ ਮਿਲਟਰੀ ਤੇ ਲੋਕੀ ਆ ਗਏ। ਉਹਨਾਂ ਆਖਿਆ ਜੀ ਸਾਨੂੰ ਘੇਰ ਲਿਆ। ਸਾਡਾ ਜਿਹੜੀ ਫੌਜ ਦਾ ਜਵਾਨ ਸਨ ਉਹਨਾਂ ਆਖਿਆ ਥੱਲੇ ਨਾ ਉਤਰਿਆ ਜੇ, ਬਾਕੀ ਅਸੀਂ ਇੱਕ ਲੜਾਈ ਪੂਰੀ ਲੜ ਲਾਂਗੇ, ਤੁਹਾਨੂੰ ਬਚਾ ਲਾਂਗੇ। ਸਾਨੂੰ ਤੇ 2-3 ਘੰਟੇ 4 ਘੰਟੇ 5 ਘੰਟੇ ਉੱਥੇ ਖਲੋਤੇ ਰਹੇ। ਦੁਪਹਿਰ ਲੱਗੀ ਹੈ, ਨਾਲ ਲਾਸ਼ਾਂ ਪਈਆਂ ਨੇ, ਉੱਥੇ ਪਾਣੀ ਚੋਂ ਲੋਕੀ ਪੀ ਰਹੇ ਵਿਚਾਰੇ, ਲਾਸ਼ਾਂ ਦੇ ਵਿੱਚੋਂ ਹੀ। ਲਾਸ਼ਾਂ ਦੇ ਵਿੱਚੋਂ ਹੀ। ਮਤਲਬ ਉਸ ਵੇਲੇ ਦਾ ਮੰਜ਼ਰ ਕਿਸ ਤਰ੍ਹਾਂ ਦਾ ਰਿਹਾ? ਮੰਜ਼ਰ ਤਾਂ ਤੁਸੀਂ ਪੁੱਛੋ ਉਹ ਬਿਆਨ ਨਹੀਂ ਕਰ ਸਕਦਾ, ਇੰਨਾ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦਾ। ਮੀਨਵਾਈਲ 5-4-5 ਦੇ ਵਿਚਕਾਰ ਕੋਈ ਇੱਕ ਅੰਗਰੇਜ਼ ਅਫਸਰ ਹੁੰਦਾ ਹੈ ਗੱਡੀ 'ਤੇ। ਅੱਛਾ। ਹੁਣ ਮੈਨੂੰ ਨਹੀਂ ਪਤਾ ਕਿ ਉਹ ਫੌਜ ਦਾ ਸੀ ਜਾਂ ਕਿ ਸਿਵਲ ਦਾ ਸੀ, ਲੇਕਿਨ ਉਹਨੇ ਜਦੋਂ ਉਹਨੇ ਫੌਜ ਦਾ ਅਫਸਰ ਨੂੰ ਸੱਦੇ, ਆਪਣੇ ਕੋਲ ਸੱਦਿਆ, ਉਦੋਂ ਸਾਨੂੰ ਅੰਗਰੇਜ਼ੀ ਵੀ ਨਹੀਂ ਸੀ ਆਉਂਦੀ, ਕੀ ਬੋਲਿਆ ਤੇ ਕੀ ਉਹਨੇ ਕਿਹਾ। ਦੱਸਣ ਵਾਲਾ ਸਾਨੂੰ ਦੱਸਦੇ ਨੇ, ਕੋਈ ਨਾ ਆਖਿਆ ਵੀ ਸਾਡੀਆਂ ਲੜਕੀਆਂ ਇਹ ਲੈ ਕੇ ਜਾ ਰਹੇ ਨੇ ਰਿਫਿਊਜੀ। ਉਹਨੇ ਕਿਹਾ ਉਹ ਤੇ ਆਪਣਾ ਲੁਟਾ ਕੇ ਆ ਰਹੇ, ਤੁਹਾਡੀ ਲੜਕੀ ਕਿੱਥੋਂ ਲਿਆ? ਉਲਟਾ ਤੁਹਾਡੇ ਤੇ ਬਲੇਮ ਲਗਾਉਂਦਾ, ਬਲੇਮ ਸਾਡੇ ਤੇ ਲੁੱਟਣ ਵਾਸਤੇ। ਤੇ ਉਹਦੇ ਉਸ ਅੰਗਰੇਜ਼ ਦੀ ਮਿਹਰਬਾਨੀ ਨਾਲ ਸਾਡਾ ਕਾਫਲਾ ਚੱਲਿਆ। ਰਾਤ ਅਸੀਂ ਲਾਹੌਰ ਰੁਕੇ ਹਾਂ। ਅਗਲੇ ਦਿਨ ਫਿਰ ਉਸੋਂ ਅਸੀਂ ਬਾਰਡਰ ਪਾਸ ਕਰਕੇ ਅੰਮ੍ਰਿਤਸਰ ਸੁੱਖ ਦਾ ਸਾਹ ਲਿਆ ਤੁਸੀਂ? ਸੁੱਖ ਦਾ ਸਾਹ ਕਿ ਅਸੀਂ ਆਪਣੇ ਹਿੰਦੁਸਤਾਨ 'ਤੇ ਆ ਗਏ। ਬਾਕੀ ਤੁਹਾਨੂੰ ਪਤਾ ਰੋਟੀ ਦੀ ਪ੍ਰੋਬਲਮ, ਕੱਪੜੇ ਦੀ ਪ੍ਰੋਬਲਮ, ਹਰ ਚੀਜ਼ ਪ੍ਰੋਬਲਮ। ਅੱਛਾ, ਅੰਮ੍ਰਿਤਸਰ ਫਿਰ ਕਿੰਨੇ ਟਾਈਮ ਤੁਸੀਂ ਰੁਕੇ? ਇੱਥੇ ਅੰਮ੍ਰਿਤਸਰ ਅਸੀਂ ਕੋਈ 2-3 ਮਹੀਨੇ ਰੁਕੇ। 2-3 ਮਹੀਨੇ। ਫਿਰ ਤਰਾਈ ਦੇ ਵਿੱਚ ਕਿਵੇਂ? ਤਰਾਈ ਦੇ ਵਿੱਚ ਉੱਥੇ ਵਿੱਚ ਪਤਾ ਨਹੀਂ ਚੱਲਦਾ ਕਿ ਕਿਹੜਾ ਜ਼ਿਲ੍ਹਾ ਕਿਹਨੂੰ ਅਲਾਟ ਕੀਤਾ ਗਿਆ। ਹੌਲੀ ਹੌਲੀ ਪਤਾ ਲੱਗਾ ਵੀ ਜਿਹੜੇ ਸ਼ੇਖਪੁਰੇ ਤੋਂ ਆਏ ਨੇ ਉਹਨਾਂ ਨੂੰ ਕਰਨਾਲ ਜ਼ਿਲ੍ਹਾ ਅਲਾਟ ਕੀਤਾ ਗਿਆ।
ਫਿਰ ਉਹ ਤਾਂ ਇਹ ਏਰੀਆ ਵਾਈਜ਼ ਮਤਲਬ ਏਰੀਆ ਵਾਈਜ਼ ਤੇ ਹਾਂ। ਉਦੋਂ ਸਾਨੂੰ ਟ੍ਰੇਨ ਮਿਲੀ ਤੇ ਟ੍ਰੇਨ ਤੇ ਜੋ ਅਸੀਂ ਚਾਲੂ ਹੋਏ ਤੇ ਅੰਬਾਲੇ ਆ ਕੇ ਟ੍ਰੇਨ ਰੱਖ ਦਿੱਤੀ। ਹੁਣ ਇਹ ਨਹੀਂ ਪਤਾ ਕਿਉਂ ਕਰਤੀ, ਉਹਦਾ ਇੰਜਨ ਲਾ ਲਿਆ। ਅਸੀਂ ਮੇਰੇ ਖਿਆਲ 20-25 ਦਿਨ ਉੱਥੇ ਹੀ ਬੈਠੇ ਰਹੇ। ਉੱਥੇ ਰੋਟੀ ਪਕਾ ਲਈ 2 ਇੱਟਾਂ ਧਰ ਕੇ ਤੇ ਦੁਖੀ ਦਿਖਾਈ ਹੁੰਦੇ। ਕਰਨਾਲ ਆ ਗਏ। ਕਰਨਾਲੋਂ ਫਿਰ ਤਾਂ ਥੋੜ੍ਹੇ ਦਿਨਾਂ ਦਾ ਕੱਚੀ ਅਲਾਟਮੈਂਟ ਹੋਈ, ਫਿਰ ਪੱਕੀ ਅਲਾਟਮੈਂਟ ਸਾਨੂੰ ਬਾਲੂ ਪਿੰਡ ਪੈਂਦਾ ਕਰਨਾਲ ਦੇ, ਉੱਥੇ ਹੋਈ ਜਾ ਕੇ। ਅੱਛਾ। ਅਸੀਂ ਉੱਥੇ ਰਹੇ ਹਾਂ ਜਾ ਕੇ, ਤੇ ਉਸ ਤੋਂ ਬਾਅਦ ਸਨ 1950 ਦੇ ਵਿੱਚ ਪਿਤਾ ਜੀ ਇੱਥੇ ਆ ਜਾਂਦੇ ਨੇ। ਅੱਛਾ 1950 1950 'ਚ, ਕਿਉਂਕਿ ਮੈਂ ਉੱਥੇ ਪੜ੍ਹਦਾ ਸਾਂ ਉਸ ਸਮੇਂ, ਚੌਥੀ ਪਾਸ 5ਵੀਂ ਪਾਸ ਕੀਤੀ ਉੱਥੇ। ਫਿਰ ਮੈਂ ਸਨ 52 'ਚ ਆਇਆ ਉੱਥੇ। ਅੱਛਾ 52 'ਚ। ਚਲੋ ਹੁਣ ਤਾਂ ਖੈਰ ਤੁਹਾਡਾ ਬਹੁਤ ਆਪਾਂ ਕਹਿ ਸਕਦੇ ਵਧੀਆ ਤੁਹਾਡਾ ਪਰਿਵਾਰ ਹੈ, ਬੱਚੇ ਵੈਲ ਸੈਟਲ ਨੇ, ਤੇ ਇੱਥੇ ਤੁਸੀਂ ਬਹੁਤ ਹੀ ਜ਼ਿਆਦਾ ਅਹੁਦਿਆਂ 'ਤੇ ਰਹੋ। ਇੱਕ ਸੰਗਤ ਜੀ ਇਹ ਗੱਲ ਵੀ ਬੜੇ ਦੇਖੋ ਕਾਬਲੇ ਗੌਰ ਹੈ, ਸਾਡੇ ਉੱਥੋਂ ਦੇ ਜਿਹੜੇ ਪੰਜਾਬੀ ਇੱਥੇ ਆਏ, ਵੇਖੋ ਜਿਨ੍ਹਾਂ ਹਾਲਾਤਾਂ ਦੇ ਵਿੱਚ ਆਏ, ਜਿਸ ਕੰਡੀਸ਼ਨ 'ਚ ਆਏ, ਲੇਕਿਨ ਉਹਦੇ ਬਾਵਜੂਦ ਇਸ ਤਰਾਈ ਦੇ ਵਿੱਚ ਇੱਕ ਐਸਾ ਮੁਕਾਮ ਉਹਨਾਂ ਨੇ ਹਾਸਲ ਕੀਤਾ ਹੈ ਕਿ ਇਹ ਤਰਾਈ ਜਿਹੜੀ ਹੈ ਇਹਨੂੰ ਹੁਣ ਮਿਨੀ ਪੰਜਾਬ ਕਹਿੰਦੇ ਨੇ। ਇਹ ਸਾਡੇ ਉਸ ਵੇਲੇ ਦੇ ਆਪਾਂ ਕਹਾਂਗੇ ਯੋਧਿਆਂ ਦੇ, ਉਹਨਾਂ ਨੂੰ ਯੋਧਿਆਂ ਨੂੰ ਸ਼੍ਰੇਅ ਜਾਂਦਾ ਸਾਰਾ। ਜੰਗਲਾਂ ਦੇ ਵਿੱਚ ਆਬਾਦ, ਇਹ ਜੰਗਲ ਬੀਆਬਾਨ ਜੰਗਲ ਦੇ ਵਿੱਚ ਕੋਈ ਰਹਿਣਾ ਨਹੀਂ ਸੀ ਪਸੰਦ ਕਰਦਾ। ਜੰਗਲੀ ਜਾਨਵਰਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਨਾਲ ਮੁਕਾਬਲੇ ਕਰਕੇ ਇਸ ਤਰਾਈ ਨੂੰ ਆਬਾਦ ਕੀਤਾ ਹੈ। ਸੋ ਇੰਟਰਵਿਊ ਅਸੀਂ ਜ਼ਿਆਦਾ ਲੰਮਾ ਨਹੀਂ ਬਣਾਉਣਾ ਚਾਹੁੰਦੇ, ਕੁਝ ਚੀਜ਼ਾਂ ਹੋਰ ਵਿਰਕ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ ਵਿਰਕ ਸਾਹਿਬ ਜੀ, ਆਜ਼ਾਦੀ ਤੋਂ ਬਾਅਦ ਜਿਵੇਂ ਹੁਣ ਪ੍ਰੋਗਰਾਮ ਕੀਤਾ ਜਾ ਰਿਹਾ ਰੁਦਰਪੁਰ ਦੇ ਵਿੱਚ 14 ਤਰੀਕ ਨੂੰ, ਵੀ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਵੀ ਜਿਹੜੇ 10-12 ਲੱਖ ਲੋਕਾਂ ਦੀ ਜਾਨ ਗਈ, ਤਰਾਸਦੀ ਕੀ ਹੈ, ਆਖਿਰ ਕਿਉਂ ਨਹੀਂ ਕੀਤਾ? ਹੁਣ ਉਹਨਾਂ ਨੂੰ ਇਹ ਸਰਕਾਰ ਨੇ ਅਗਰ ਇਹ ਪ੍ਰੋਗਰਾਮ ਉਲੀਕਿਆ, ਇਸ ਪ੍ਰੋਗਰਾਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਬਜ਼ੁਰਗਾਂ ਨੂੰ ਉਹ ਸਨਮਾਨਿਤ ਵੀ ਕਰਨ? ਦੇਖੋ ਜੀ, ਅਸਾਂ ਸਰਕਾਰ ਨੂੰ ਇਹ ਪਹਿਲਾਂ ਕਰਨਾ ਚਾਹੀਦਾ ਸੀ। ਜਿਹੜੇ ਲੋਕ ਇੱਥੇ ਮਾਰੇ ਗਏ ਨੇ, ਲੁੱਟੇ ਗਏ ਨੇ, ਉਹਨਾਂ ਦਾ ਕੋਈ ਵੀ ਧਾਰਮਿਕ ਜਿਹੜੇ ਸਾਡੇ ਫੰਕਸ਼ਨ ਹੁੰਦੇ ਨੇ, ਅਖੰਡ ਪਾਠ ਕਰਾਉਣਾ ਜਾਂ ਹਿੰਦੂ ਦਾ ਮੰਦਰ ਪੂਜਾ ਕਰਨਾ, ਇਹ ਕਰਨੇ ਚਾਹੀਦੇ ਹਨ ਸਾਰੇ। ਵੀ ਵੇਖੋ ਨਾ ਤੇ ਉਹਨਾਂ ਦੀ ਕੋਈ ਧਾਰਮਿਕ ਕਿਰਿਆਕਰਮ ਹੋਈ, ਨਾ ਉਹਨਾਂ ਦੇ ਕੁਝ ਵੀ ਨਹੀਂ ਹੋਇਆ ਨਾ, ਜਿਨ੍ਹਾਂ ਨੇ ਅਜਾਈ ਆਪਣੀ ਜਾਨਾਂ ਗਵਾ, ਕੁਝ ਨਹੀਂ ਹੋਇਆ, ਤੇ ਨਾ ਹੀ ਉਹਨਾਂ ਲੋਕਾਂ ਨੂੰ ਇਹਨਾਂ ਆਇਡੈਂਟੀਫਾਈ ਕੀਤਾ। ਕਿਉਂਕਿ ਹੁਣ ਇਹ ਸਰਕਾਰ ਨੇ ਇੱਕ ਉਪਰਾਲਾ ਕੀਤਾ ਹੈ, ਤੇ ਮੈਂ ਤੇ ਇਹਦੀ ਤਾਰੀਫ ਹੀ ਕਰਾਂਗਾ। ਘੱਟ ਤੋਂ ਘੱਟ ਨੇ ਯਾਦ ਤੇ ਕੀਤਾ ਕਿ ਇਹ ਲੋਕੀ ਨੇ ਪਰੇਸ਼ਾਨ ਹੋ ਕੇ ਆਏ, ਫਿਰ ਇੱਥੇ ਨਾ ਮਿਹਨਤਾਂ ਕੀਤੀਆਂ ਨੇ। ਤੇ ਇਹ ਵੀ ਵੇਖੋ ਇੱਕ ਐਗਜ਼ਾਮਪਲ ਹੈ, ਇੱਕ ਬਹੁਤ ਵਧੀਆ ਕਿ ਇੰਨਾ ਲੁੱਟੀਨ ਮਰੀਨ ਤੋਂ ਬਾਅਦ ਵੀ ਵੇਖੋ ਜਿਹੜੀ ਇੱਥੇ ਇਹਨਾਂ ਮਿਹਨਤ ਕੀਤੀ, ਔਰ ਮਿਹਨਤ ਕਰਕੇ ਪੰਜਾਬ ਤੋਂ ਲੈ ਕੇ ਇੱਥੋਂ ਤੱਕ ਜਿੰਨਾ ਅਨਾਜ ਪੈਦਾ ਕਰਕੇ ਹਿੰਦੁਸਤਾਨ ਦਿੱਤਾ ਹੈ, ਇੰਨਾ ਅਨਾਜ ਤਾਂ ਪੂਰੇ ਹਿੰਦੁਸਤਾਨ ਨੇ ਕਦੀ ਨਹੀਂ ਸੀ ਪੈਦਾ ਕੀਤਾ। ਜਿਹਨਾਂ ਨਾਲ ਬਾਅਦ ਜਿਹਨੂੰ ਸ਼ਰਨਾਰਥੀ ਆਖਿਆ, ਵੇਖੋ ਇਹਨਾਂ ਨੂੰ ਕੀ ਕਹੀ ਵੀ ਸਾਡੇ ਮੈਂ ਤੇ ਇਹ ਗੱਲ ਕਹਾਂਗਾ ਨਾ, ਸ਼ਰਨਾਰਥੀ ਨਾ ਆਖਿਆ ਜਾਏ, ਪ੍ਰਸ਼ਾਰਥੀ ਆਖਿਆ ਜਾਏ, ਯਾਨੀ ਕਿ ਇਹਨਾਂ ਦੀ ਦੇਣ ਬਹੁਤ ਵੱਡੀ ਹੈ। ਦੇਣ ਬਹੁਤ ਵੱਡੀ ਹੈ, ਕਿਉਂਕਿ ਕਹਿੰਦੇ ਕਿ ਇੱਥੇ ਜਿਹੜੀ ਤਰਾਈ ਹੈ ਇਹਨੂੰ ਕੋਈ ਆਵਾਜ਼, ਇੱਥੇ ਕੋਈ ਰੁਕਣਾ ਨਹੀਂ ਸੀ ਚਾਹੁੰਦਾ। ਮੈਂ ਤੇ ਮੇਜਰ ਹਰਪਾਲ ਸਿੰਘ ਸੰਧੂ ਸਾਹਿਬ ਸਨ ਜਿਨ੍ਹਾਂ ਇਸ ਰਾਏ ਨੂੰ ਆਬਾਦ ਕੀਤਾ ਸੀ, ਗੌਰਮੈਂਟ ਹੋਏ ਸਨ। ਉਹਨਾਂ ਨੇ ਮੈਨੂੰ ਕਹੀ, ਮੇਰਾ ਨਾਮ ਬਾਬਾ ਬੈਂਕ ਖੋਜੇ, ਉਹਨੂੰ ਮੈਂ ਗੱਲ ਸੁਣੀ ਕਰਨੀ ਕਿ ਮੈਨੂੰ ਪੰਤ ਜੀ ਨੇ, ਗੋਬਿੰਦ ਪੰਤ ਤੋਂ ਚੀਫ ਮਿਨਿਸਟਰ ਸਨ, ਉਦੋਂ ਪ੍ਰਧਾਨ ਮੰਤਰੀ ਹੁੰਦੇ ਹਨ, ਬਾਅਦ ਚੀਫ ਮਿਨਿਸਟਰ ਲੱਗੇ ਸਨ। ਉਹਨਾਂ ਕਿਹਾ ਮੇਜਰ ਸਾਹਿਬ ਤੋਂ ਪਹਾੜ ਦੇ ਲੋਕ ਵਿਚਾਰੇ ਬੜੇ ਸਿੱਧੇ, ਇਹਨਾਂ ਵਸਾਓ। ਉਹਨਾਂ ਕਿਹਾ ਆ ਜਾਓ ਜੀ 6 ਮਹੀਨੇ ਇੱਥੇ ਕੰਮ ਕਰਨਾ ਪਏਗਾ, ਉਸ ਤੋਂ ਬਾਅਦ ਅਲਾਟਮੈਂਟ ਕਰਾਂਗਾ ਕਿ ਲੋਕ ਰਹਿ ਵੀ ਸਕਦੇ, ਨਹੀਂ ਰਹਿ ਸਕਦੇ। ਮੱਛਰ ਬਹੁਤ ਸੀ, ਬੜਾ ਮੋਟਾ ਕਾਲਾ ਮੱਛਰ, ਮਲੇਰੀਆ ਹੋ ਜਾਣਾ, ਕੋਈ ਦਵਾ ਦਾਰੂ ਦਾ ਸਿਸਟਮ ਕੋਈ ਨਹੀਂ ਨੇੜੇ। ਫਿਰ ਇਹਦਾ ਜਿਹੜਾ ਹਾਥੀ ਸ਼ੇਰ ਇਹਦਾ ਬੜਾ ਸੀ, ਬਹੁਤ ਹੀ ਵੱਡਾ। ਤੇ ਉਹ ਵਿਚਾਰੇ ਆਏ, ਉਹ ਨਾ ਤਾਂ ਕਦੇ ਥੱਲੇ ਆਏ ਸਨ ਕਦੀ, ਇੱਥੇ ਆ ਕੇ ਦੁਵਰੀਆ 'ਚ ਉਹਨਾਂ ਨੂੰ ਸਟੇ ਕਰਾਇਆ। ਤੇ ਇੱਕ ਪਾਸੇ ਸ਼ੇਰਾਂ ਨੇ ਬੋਲਣਾ, ਦੂਜਾ ਮੱਛਰ ਨੇ ਵੱਢਣਾ। ਉਹ ਵਿਚਾਰੇ ਗੱਡੀ ਫੜੇ ਟੁਰ ਗਏ। ਅੱਛਾ, ਥੋੜੇ ਟਾਈਮ ਵੀ ਨਹੀਂ ਰੁਕੇ, ਯਾਨੀ ਕਿ ਨਹੀਂ ਰੁਕੇ। ਉਸ ਤੋਂ ਬਾਅਦ ਮੇਜਰ ਸਾਹਿਬ ਨੂੰ ਫਿਰ ਉਹਨਾਂ ਆਰਡਰ ਕੀਤਾ ਕਿ ਤੁਸੀਂ ਬਦਾਊਂ ਤੋਂ ਉੱਥੋਂ ਲਿਆ, ਉਹਨਾਂ ਵੀ ਉਹੀ ਸ਼ਰਤ ਰੱਖੀ। ਅੱਛਾ, ਉਹਨੇ ਕਿਹਾ ਮੈਂ ਅਲਾਟ ਕਰ ਦਿਆਂ, ਮੈਂ ਦੂਜੇ ਨੇ ਭੱਜ ਜਾਣਾ, ਫਿਰ ਕੀ ਕਰਾਂਗੇ? ਉਹ ਵੀ ਨਾ ਰੁਕ ਪਾਏ। ਫਿਰ ਉਹਨੇ ਮੇਜਰ ਸਾਹਿਬ ਨੇ ਆਖਿਆ, ਕਿਉਂਕਿ ਪੰਤ ਜੀ ਮੇਜਰ ਸਾਹਿਬ ਨੂੰ ਬੜਾ ਮੰਨਦੇ ਸਨ। ਅੱਛਾ, ਠੀਕ ਹੈ ਜੀ, ਬਹੁਤ ਵੱਡੀ ਗੱਲ ਹੈ। ਉਹਨੇ ਕਿਹਾ ਲਓ ਮੇਜਰ ਸਾਹਿਬ ਜੋ ਤੁਸੀਂ ਮਰਜ਼ੀ ਕਰ ਲਓ। ਅੱਛਾ। ਉਹਨੇ ਫਿਰ ਜਿਹੜੇ ਸਾਡੇ ਲੋਕੀ ਇੱਧਰੋਂ ਆਏ ਨੇ, ਉਹਨਾਂ ਜ਼ਮੀਨਾਂ ਅਲਾਟ ਕੀਤੀਆਂ ਨੇ। ਹਾਲਾਂਕਿ ਮੈਨੂੰ ਮੇਰੇ ਪਿਤਾ ਅਲਾਟ ਨਹੀਂ ਸੀ ਹੋ ਪਾਈ, ਕਿਉਂਕਿ ਉਦੋਂ ਅਲਾਟਮੈਂਟ ਖਤਮ ਹੋ ਗਈ ਜਦੋਂ ਅਸੀਂ ਆਏ ਨੇ ਪਿਤਾ ਜੀ। ਤੇ ਅਸੀਂ ਤਾਂ ਆ ਕੇ ਤਾਂ ਖਰੀਦੀ ਥੋੜ੍ਹੀ ਜਿਹੀ, ਯਾਨੀ ਕਿ ਆਪਣੀ ਮਿਹਨਤ ਦੇ ਨਾਲ। ਫਿਰ ਮੈਂ ਤਾਂ ਖਰੀਦਣ ਤੋਂ ਬਾਅਦ 10 ਏਕੜ ਖਰੀਦੀ। ਫਿਰ ਹੌਲੀ ਪਰਮਾਤਮਾ ਨੇ, ਗੁਰੂ ਮਹਾਰਾਜ ਨੇ ਆਪਣੀ ਸਾਡੀ ਮਿਹਨਤ ਵੇਖ ਕੇ ਉਹ ਸਾਨੂੰ ਬਖਸ਼ਦਾ ਗਿਆ, ਤੇ ਅੱਜ ਅਸੀਂ ਬਣ ਗਏ। ਤੇ ਉਹ ਮੇਜਰ ਸਾਹਿਬ ਦਾ ਦਿਹਾਂਤ ਹੈ ਕਿ ਜਦੋਂ ਮੈਂ ਇਹਨਾਂ ਲਿਆ ਕੇ ਆਂਦਾ, ਤੇ ਇੱਕ ਰਾਜਸਿਕ ਬਰਾਦਰੀ ਜਿਹੜੇ ਬਿੰਦੂ ਖੜੇ ਬੈਠੀ, ਇਹਨਾਂ 4 ਪਿੰਡ ਨੇ, ਇੱਥੇ 4 ਬਰਾਦਰੀਆਂ ਹਨ, ਰਾਜਸਿਕ, ਜੱਟ ਸਿੱਖ, ਤੇ ਪੂਰਬ ਦੇ ਲੋਕੀ ਆ ਗੰਗਾਪੁਰ 4 ਸਵੇਰੇ, ਤੇ ਇੱਕ ਆਪਣਾ ਸਾਡੀ ਖੱਤਰੀ ਬਰਾਦਰੀ ਪੰਜਾਬੀ 'ਚ ਹੈ। ਇਹਨਾਂ ਦਾ ਸੈਂਟਰ ਸੀ ਆ ਆਪਣਾ ਧੌਲਪੁਰ ਤੇ ਆ ਦੂਜਾ ਜਹਰਪੁਰ।
ਇਹ ਚਾਰ ਅਪਰਾਧੀ ਬਹੁਤ ਵੱਡੇ ਗਿਣੇ ਜਾਂਦੇ ਹਨ। ਅੱਛਾ ਤੇ ਮੇਜਰ ਸਾਹਿਬ ਦੱਸਦੇ ਹੈ ਕਿ ਜਦੋਂ ਮੈਂ ਇਹਨਾਂ ਲਿਆਂਦਾ ਤੇ ਇੱਕ ਨਾ ਬਿੰਦੂ ਖੇਡਦੇ ਨੂੰ ਇੱਕ ਸ਼ੇਰ ਨੇ ਮਾਰਤਾ ਅੱਛਾ ਪੰਜਾ ਮਾਰਤਾ ਤੇ ਉਹ ਬੜਾ ਜ਼ਖਮੀ ਹੋ ਗਿਆ। ਉਹਨਾਂ ਆਪਣੀ ਗੱਡੀ 'ਚ ਪਾਇਆ ਤੇ ਪਾ ਕੇ ਬਰੇਲੀ ਲੈ ਗਏ। ਬਰੇਲੀ ਲੈ ਗਏ ਤੇ ਉੱਥੇ ਬਾਹਰ ਟਹਿਲਦੇ ਰਹੇ ਤੇ ਡਾਕਟਰ ਨੇ ਵੀ ਬੰਦਾ ਮਰਨਾ ਨਹੀਂ ਚਾਹੀਦਾ। ਅੱਛਾ ਉਸ ਲੜਕੇ ਦਾ ਬਾਪ ਆ ਗਿਆ ਉੱਥੇ ਤੇ ਉਹਨੇ ਉਹਨਾਂ ਆਖਿਆ ਵੀ ਸਰਦਾਰ ਲਛਮਣ ਸਿੰਘ ਜੀ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਪ੍ਰਮਾਤਮਾ ਇਹਨੂੰ ਜਾਨ ਬਖਸ਼ੇ। ਉਹ ਬੜਾ ਆਂਦਾ ਜਨਾਬ ਤੁਹਾਡੀ ਤਾਂ ਬੜੀ ਮਿਹਰਬਾਨੀ, ਤੁਸੀਂ ਬੜੀ ਹਿੰਮਤ ਕੀਤੀ ਹੈ, ਲੇਕਿਨ ਅਸੀਂ ਹੁਣ ਇੱਥੇ ਹੀ ਰਹਿਣਾ, ਜਾਣਾ ਕੋਣੀ, ਭਾਵੇਂ ਕਿੰਨੇ ਸ਼ੇਰ ਵੀ ਆ ਜਾਣ। ਅੱਛਾ ਇਸ ਤਰ੍ਹਾਂ ਦੀ ਦ੍ਰਿੜ ਸੰਕਲਪ ਸੀ, ਮਤਲਬ ਆਹ ਸੋਚ ਕੇ ਲੋਕੀ ਤੇ ਬੈਠੇ ਸਨ, ਤਾਂ ਬੈਠੇ ਰਹੇ। ਇੱਥੋਂ ਤੱਕ ਕਿ ਇੱਕ ਵਾਰ ਮੇਰੇ ਪਿਤਾ ਜੀ ਆ ਰਹੇ ਸਨ ਰੁਦਰਪੁਰ ਤੋਂ ਸਾਈਕਲ ਤੇ, ਸ਼ਾਮ ਦਾ ਮੌਕਾ ਸੀ, ਇਹਨਾਂ ਦੇ ਸ਼ੇਰ ਨੇ ਹਮਲਾ ਕੀਤਾ, ਲੇਕਿਨ ਉਹ ਪਿੱਛੋਂ ਲੱਗ ਕੇ ਮਤਲਬ ਇੱਥੋਂ ਜਿਹਾ ਲੱਗਿਆ ਤੇ ਸ਼ੇਰ ਆ ਡਿੱਗਾ। ਤੇ ਬਾਅਦ ਬਾਪੂ ਜੀ ਦੇਖਿਆ ਤੇ ਸ਼ੇਰ ਦੀ ਇੱਕ ਹੈਬਿਟ ਹੈ, ਦੁਬਾਰਾ ਹਮਲਾ ਨਹੀਂ ਕਰਦਾ। ਯਾਨੀ ਕਿ ਹਮਲਾ ਅਗਰ ਫੇਲ ਹੋ ਜਾਏ ਤਾਂ ਦੁਬਾਰਾ ਨਹੀਂ ਕਰਦਾ, ਇਹਦੀ ਇੱਕ ਖਾਸੀਅਤ ਹੈ। ਸੋ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਸਾਡੀ ਨਵੀਂ ਪੀੜ੍ਹੀ ਨੂੰ ਜੋ ਸੁੱਖਾ ਸਿੰਘ ਵਿਰਕ ਸਾਹਿਬ ਨੇ ਦੱਸੀਆਂ ਨੇ ਗੱਲਾਂ, ਉਹ ਸ਼ਾਇਦ ਤੁਸੀਂ ਪਹਿਲੀ ਵਾਰ ਸੁਣੀ ਹੋਣਗੀਆਂ, ਕਿਉਂਕਿ ਨਹੀਂ ਤੁਹਾਨੂੰ ਪਤਾ ਤਰਾਈ ਕਿੰਨਾ ਹਾਲਾਤਾਂ ਦੇ ਆਬਾਜ਼ ਹੋਈ ਤੇ ਇੰਡੋ ਪਾਕ ਦੇ ਬਟਵਾਰੇ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ, ਕਿਵੇਂ ਰਾਤੋਂ ਰਾਤ ਇੱਕਦਮ ਐਲਾਨ ਕਰ ਦਿੱਤਾ ਜਾਂਦਾ ਕਿ ਜਿੱਥੇ ਤੁਸੀਂ ਰਹਿੰਦੇ ਹੋ, ਜਿੱਥੇ ਤੁਹਾਡਾ ਵਪਾਰ ਹੈ, ਜਿੱਥੇ ਤੁਹਾਡੇ ਰਿਸ਼ਤੇਦਾਰ ਨੇ, ਜਿੱਥੇ ਤੁਸੀਂ ਮਤਲਬ ਖੇਲੇ ਕੁੱਦੇ ਹੋ, ਵੱਡੇ ਹੋਏ ਹੋ, ਇੱਕਦਮ ਉੱਥੋਂ ਨਿਕਲਣਾ ਪੈ ਜਾਂਦਾ। ਅਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਉਹ ਪਤਾ ਲੱਗ ਸਕੇ, ਉਹ ਪਿਛੋਕੜ ਪਤਾ ਲੱਗ ਸਕੇ, ਕਿਉਂਕਿ 20-25 ਸਾਲਾਂ ਬਾਅਦ ਸਾਡੇ ਜਿਹੜੇ ਧਰੋਹਰ ਨੇ ਬਜ਼ੁਰਗ, ਉਹ ਸਾਡੇ ਕੋਲ ਨਹੀਂ ਰਹਿਣੇ, ਲੇਕਿਨ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਜਿਹੜੇ ਐਪੀਸੋਡ ਨੇ ਉਹ ਹਮੇਸ਼ਾ ਸਾਡਾ ਪਿਛੋਕੜ ਜਿਹੜਾ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਤਿਹਾਸ ਜਿਹੜਾ ਹੈ ਉਹ ਜ਼ਰੂਰ ਸਾਨੂੰ ਕੋਲ ਸਮੇਟ ਕੇ ਰੱਖਣਾ ਚਾਹੀਦਾ। ਸੋ ਉਮੀਦ ਕਰਦੇ ਹਾਂ ਸਾਡਾ ਇਹ ਪ੍ਰਯਾਸ ਜਿਹੜਾ ਤੁਹਾਨੂੰ ਵਧੀਆ ਲੱਗਿਆ। ਤੁਸੀਂ ਆਪਣੇ ਕਮੈਂਟ ਵੀ ਇਹਦੇ ਵਿੱਚ ਜ਼ਰੂਰ ਦੱਸਿਆ ਜੇ। ਸੋ ਸੁੱਖਾ ਸਿੰਘ ਜੀ ਦਾ ਇੱਕ ਵਾਰ ਹੁਣ ਇਜਾਜ਼ਤ ਲੈਂਦੇ ਹਾਂ ਤੇ ਫਿਰ ਕਿਸੇ ਹੋਰ ਨਵੀਂ ਤੁਹਾਨੂੰ ਸ਼ਖਸੀਅਤ ਦੇ ਨਾਲ ਮਿਲਾਵਾਂਗੇ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਰੀ ਜਾਣਕਾਰੀ। ਮੈਂ ਤਾਂ ਆਖਾਂ ਤੁਹਾਡਾ ਧੰਨਵਾਦ ਜਿਹੜੇ ਕਿ ਇਹਨਾਂ ਇਹਨੂੰ ਸਪਰੈਡ ਕਰ ਰਹੇ ਹੋ, ਲੋਕਾਂ ਨੂੰ ਦੱਸ ਰਹੇ ਹੋ ਕਿਵੇਂ ਹਿੰਦੁਸਤਾਨ ਦੇ ਨਾਲ ਖਾਸ ਤੌਰ 'ਤੇ ਪਾਕਿਸਤਾਨ ਤੋਂ ਆਉਣ ਵਾਲੇ ਪੰਜਾਬੀਆਂ ਨਾਲ ਵਰਤਿਆ, ਇਹਦੇ ਬਾਰੇ ਤੁਹਾਡਾ ਬਹੁਤ ਧੰਨਵਾਦ ਇਸ ਮਾਮਲੇ ਵਿੱਚ। ਸੋ ਬਹੁਤ ਤੇ ਮੈਂ ਗੁਰੂ ਮਹਾਰਾਜ ਅੱਗੇ ਵੀ ਅਰਦਾਸ ਕਰਾਂਗੇ ਕਿ ਤੁਹਾਨੂੰ ਹੋਰ ਬਲ ਬਖਸ਼ੇ ਔਰ ਤੁਸੀਂ ਹੋਰ ਇਸ ਨੂੰ ਵਧਾਓ, ਜਿਵੇਂ ਸਭ ਲੋਕਾਂ ਨੂੰ ਪਤਾ ਲੱਗੇ, ਲੋਕੀ ਇਸ ਮਿਹਨਤਾਂ ਕਰਨ, ਸਾਰਾ ਕਰਨ। ਬਹੁਤ ਧੰਨਵਾਦ ਜੀ। ਸੋ ਜੁੜੇ ਰਿਹਾ ਸਿੱਖ ਸੰਗਤ ਨਿਊਜ਼ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਹੁਣ ਮੇਰੇ ਨਾਲ ਮੌਜੂਦ ਨੇ ਸੁੱਖਾ ਸਿੰਘ ਵਿਰਕ ਸਾਹਿਬ ਜੀ, ਜਿਨ੍ਹਾਂ ਦੇ ਨਾਲ ਆਪਾਂ ਉਹਨਾਂ ਦੀ ਤੁਹਾਨੂੰ ਜੀਵਨੀ ਬਾਰੇ ਦੱਸਿਆ ਹੈ। ਉਹਨਾਂ ਦੇ ਜਿਹੜੇ ਬੇਟੇ ਨੇ ਹਰਪਾਲ ਸਿੰਘ ਵਿਰਕ ਸਾਹਿਬ ਜੀ, ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੰਡੋ ਪਾਕ ਦੇ ਬਟਵਾਰੇ ਤੋਂ ਬਾਅਦ ਜਿਸ ਤਰ੍ਹਾਂ ਦੇ ਇੱਥੇ ਉਸ ਵੇਲੇ ਹਾਲਾਤ ਪੈਦਾ ਹੋਏ ਸੀ, ਤੇ ਸਾਡੇ ਬਜ਼ੁਰਗ ਤਰਾਈ ਦੇ ਵਿੱਚ ਆ ਕੇ ਵਸਦੇ ਨੇ, ਤਰਾਈ ਨੂੰ ਆਬਾਦ ਕਰਦੇ ਨੇ। ਤਰਾਈ ਜਿਹੜੀ ਇੱਕ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਹੋਈ ਹੈ। ਸੋ ਹੁਣ ਜਿਹੜਾ 14 ਤਰੀਕ ਦਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਡੀ ਸਰਕਾਰ ਵੱਲੋਂ, ਉਹਨਾਂ ਨੂੰ ਸਮਰਪਿਤ, ਉਹਨਾਂ ਨੂੰ ਸਨਮਾਨਿਤ ਕਰਨ ਦਾ, ਇਹਨਾਂ ਦੇ ਕੀ ਵਿਚਾਰ ਨੇ ਉਸ ਵਿਸ਼ੇ 'ਤੇ। ਭਾਈ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਤੁਹਾਡਾ ਬੜਾ ਧੰਨਵਾਦ ਜਿਹੜਾ ਤੁਸੀਂ ਇਹ ਉਪਰਾਲਾ ਚੁੱਕਿਆ ਹੈ, ਔਰ ਜਿਹੜੇ ਬਜ਼ੁਰਗ ਸਾਡੇ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ ਉਹਨਾਂ ਦੀ ਜੀਵਨੀਆਂ ਦੱਸਣ ਦਾ, ਲੋਕਾਂ ਨੂੰ ਪਤਾ ਲੱਗਦਾ ਨਵੀਂ ਪੀੜ੍ਹੀ। ਵੇਖੋ, ਇਹ ਪਤਾ ਨਹੀਂ ਹੈ ਨਾ ਸਾਡਾ ਕਿੰਨਾ ਵੱਡਾ ਇਤਿਹਾਸ ਹੈ। ਵੇਖੋ, ਆਪਾਂ ਜੇ ਕਹੀਏ ਸਾਡੀ ਤਰਾਈ ਜਿਹੜੀ ਹੈ ਉਹ ਵੇਖੋ ਕਿਵੇਂ ਉਹ ਖੂਨੀ ਮੰਜ਼ਰ ਸੀਗਾ ਵੀ। ਆਪਾਂ ਜਦੋਂ ਸੋਚਦੇ ਹਾਂ ਉਹ ਲੂ ਕੰਡੇ ਸਾਡੇ ਖੜੇ ਹੁੰਦੇ, ਲੇਕਿਨ ਉਹਨਾਂ ਨੇ ਬਜ਼ੁਰਗਾਂ ਨੇ ਆਪਣੇ ਪਿੰਡੇ ਤੇ ਹੰਡਾਇਆ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਇਹ ਬਜ਼ੁਰਗ ਜਦੋਂ ਸਾਡੇ ਨਾਲ ਗੱਲਾਂ ਕਰਦੇ, ਅਸੀਂ ਆਪਣੇ ਵਡੇਰਿਆਂ ਨਾਲ ਬੈਠੇ ਹਾਂ, ਉਹ ਸਾਨੂੰ ਜਦੋਂ ਦੱਸਦੇ ਨੇ ਸਾਡੇ ਲੂ ਕੰਡੇ ਖੜੇ ਹੁੰਦੇ, ਮੈਂ ਇੰਨੀਆਂ ਕੁਰਬਾਨੀਆਂ ਸਾਡੇ ਸੁਣਨ ਕਰਕੇ ਵੇਖੋ ਲੂ ਕੰਡੇ ਖੜੇ ਹੁੰਦੇ, ਜਿਨ੍ਹਾਂ ਨੇ ਇਹ ਮੰਜ਼ਰ ਦੇਖਿਆ, ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਵਾਸਤੇ, ਉਹ ਵੀ ਸਾਡੇ ਵਾਸਤੇ ਔਰ ਇਸ ਦੇਸ਼ ਵਾਸਤੇ। ਅੱਛਾ, ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਸ ਤਰ੍ਹਾਂ? ਕੋਈ ਧਿਆਨ ਨਹੀਂ। ਮੰਨ ਲਓ ਸਰਕਾਰ ਨੇ ਇਨੀਸ਼ੀਏਟਿਵ ਲਿਆ ਤੇ ਕੀ ਕਹਿਣਾ ਚਾਹੋ? ਜੋ ਹੁਣ ਬੀਜੇਪੀ ਸਰਕਾਰ ਨੇ ਜਦੋਂ ਲਿਆ, ਇਹਦਾ ਮੈਂ ਤਹਿ ਦਿਲੋਂ ਸਵਾਗਤ ਕਰਨਾ ਵਾ ਕਿ ਇਹਨਾਂ ਸਾਨੂੰ ਸੰਭਾਲਿਆ ਹੈ। ਸਾਡੇ ਜਿਹੜੇ ਬਜ਼ੁਰਗਾਂ ਦੀ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕੀਤਾ, ਉਹਨਾਂ ਨੂੰ ਸੰਭਾਲਿਆ। ਮੈਂ ਇਸ ਚੀਜ਼ ਦੇ ਬਾਰੇ ਇਹਨਾਂ ਦਾ ਤਹਿ ਦਿਲੋਂ ਇਹਨਾਂ ਦਾ ਸਵਾਗਤ ਕਰਨਾ। ਤੇ ਕੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਾਂ ਜਿਹੜੇ ਸਾਡੇ ਉਸ ਵੇਲੇ ਦੇ ਜਿਹੜੇ ਬਜ਼ੁਰਗ ਇੱਥੇ ਪਹੁੰਚੇ ਨੇ, ਤੇ ਉਸ ਪ੍ਰੋਗਰਾਮ ਦੇ ਲਈ ਕੀ ਇਨਵਾਈਟ ਕਰਨਾ ਚਾਹੁੰਦੇ ਉਹਨਾਂ ਨੂੰ? ਬਿਲਕੁਲ ਇਨਵਾਈਟ ਕਰਨਾ ਚਾਹੁੰਦਾ ਬਈ ਆ ਕੇ ਵੇਖਣ ਔਰ ਇਹਨਾਂ ਸਾਡੇ ਬਜ਼ੁਰਗਾਂ ਨੇ ਜਿਹੜੇ ਕੁਰਬਾਨੀਆਂ ਦਿੱਤੀਆਂ ਉਹ ਸੁਣਨ ਆ ਕੇ। ਤੁਸੀਂ ਵੀ ਜਾਓਗੇ? ਬਿਲਕੁਲ ਜਾਵਾਂਗਾ, ਮੈਂ ਬਿਲਕੁਲ ਜਾਵਾਂਗਾ। ਸੋ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਹਰਪਾਲ ਸਿੰਘ ਵਿਰਕ ਸਾਹਿਬ ਜੀ, ਜਿਹੜੇ ਸੁੱਖਾ ਸਿੰਘ ਵਿਰਕ ਸਾਹਿਬ, ਜਿਨ੍ਹਾਂ ਦੀ ਆਪਾਂ ਤੁਹਾਨੂੰ ਸਾਰੀ ਡਿਟੇਲ ਇੱਕ ਤਰ੍ਹਾਂ ਦੀ, ਵੇਖੋ ਸਾਡੇ ਕੋਲ ਚੀਜ਼ਾਂ ਤੇ ਬਹੁਤ ਜ਼ਿਆਦਾ ਨੇ, ਕਿਉਂਕਿ ਜਦੋਂ ਸਾਨੂੰ ਦੱਸਣਾ ਸ਼ੁਰੂ ਕਰਦੇ ਨੇ ਅਜੇ ਤਾਂ ਇੰਨੀ ਚੀਜ਼ਾਂ ਹੈਗੀਆਂ। ਕਹਿੰਦੇ ਆ ਕਿ ਅਸੀਂ ਜਿੱਥੇ ਰਹਿੰਦੇ ਸੀ ਇੱਕ ਪਾਸੇ ਸ਼ੇਰਾਂ ਦੀ ਆਵਾਜ਼ਾਂ ਆਉਂਦੀਆਂ ਸੀ, ਦੂਜੇ ਪਾਸੋਂ ਹਾਥੀਆਂ ਦੀ ਆਵਾਜ਼ਾਂ ਆਉਂਦੀਆਂ ਸੀ, ਇਸ ਤਰ੍ਹਾਂ ਦੇ ਹਾਲਾਤ ਸੀਗੇ। ਸੋ ਐਪੀਸੋਡ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ, ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਥੋੜ੍ਹੇ ਹੀ ਟਾਈਮ ਦੇ ਵਿੱਚ ਜ਼ਿਆਦਾ ਗੱਲਾਂ ਰੱਖਣ ਦਾ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੂਸਰੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਦੇਖਦੇ ਰਹੋ ਸਿੱਖ ਸੰਗਤ ਨਿਊਜ਼। ਧੰਨਵਾਦ ਜੀ। ਧੰਨਵਾਦ।